हम मजदूरों को गांव हमारे भेज दो सरकार, सूना पड़ा घर द्वार। मेरा तो सपना है कि हवाई जहाज में कौन लोग बैठने चाहिए। ये जो एक बना हुआ है ना, बड़े बाबू, बड़े बड़े लोग, धनी लोग, ये दुनिया उन्हीं के लिए है। जो सामान्य व्यक्ति हवाई चप्पल पहन करके घूमता है वो मुझे हवाई जहाज में दिखना चाहिए। ये मेरा सपना है। ਪੰਜਾਬ ਨਿਊਜ਼ ਐਕਸਪ੍ਰੈਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਤਿੰਦਰ ਬੈਂਸ, ਤੁਸੀਂ ਦੇਖ ਰਹੇ ਹੋ ਸਤਿੰਦਰ ਬੈਂਸ ਸ਼ੋ। ਦੋਸਤੋ, ਦੁਨੀਆ ਦੇ ਵਿੱਚ ਕੋਰੋਨਾ ਮਹਾਮਾਰੀ ਜਿਹੜੀ ਆ ਉਹ ਫੈਲੀ ਹੋਈ ਹੈ ਔਰ ਸਾਡਾ ਦੇਸ਼ ਵੀ ਉਸ ਤੋਂ ਮੁਕਤ ਨਹੀਂ ਹੈ ਔਰ ਸਾਡੇ ਹਰ ਸੂਬੇ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਉਹ ਖੜੀ ਹੋ ਗਈ ਹੈ ਮਾਈਗ੍ਰੈਂਟ ਲੇਬਰਰਸ ਦੀ। ਕਿਉਂਕਿ ਮਾਈਗ੍ਰੈਂਟ ਲੇਬਰ ਜਿਹੜੇ ਕੋਰੋਨਾ ਦੇ ਕਾਰਨ ਸਾਰੇ ਕੰਮਕਾਰ ਬੰਦ ਹੋ ਗਏ ਔਰ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਆ ਔਰ ਅਸੀਂ ਦੇਖ ਰਹੇ ਹਾਂ ਕਿ ਇਸ ਵਕਤ ਜਿਹੜੀ ਹੈ ਸਾਰੇ ਦੇਸ਼ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਕਿ ਸੜਕਾਂ ਦੇ ਉੱਤੇ ਮਾਈਗ੍ਰੈਂਟ ਲੇਬਰ ਪੈਦਲ ਜਾ ਰਹੇ ਨੇ ਔਰ ਸਾਡੀਆਂ ਸਰਕਾਰਾਂ ਜਿਹੜੀਆਂ ਹੈ ਉਹ ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ, ਜਿਸ ਦੇ ਕਾਰਨ ਬਹੁਤ ਦੁਖਦਾਈ ਜਿਹੜੇ ਆ ਉਹ ਸੀਨ ਦੇਖਣ ਨੂੰ ਮਿਲਦੇ ਨੇ। ਕਈ ਵਾਰੀ ਤਾਂ ਰਾਤ ਨੂੰ ਟੀਵੀ ਦੇਖ ਕੇ ਨੀਂਦ ਨਹੀਂ ਆਉਂਦੀ ਕਿ ਅਸੀਂ ਇਹਨਾਂ ਗਰੀਬਾਂ ਦੇ ਵਾਸਤੇ ਕੀ ਕਰ ਰਹੇ ਹਾਂ, ਸਾਡੀ ਸਰਕਾਰਾਂ ਕਿਉਂ ਫੇਲ ਹੋ ਰਹੀਆਂ ਨੇ। ਆਖਰਕਾਰ ਸਾਡੇ ਦੇਸ਼ ਦੀ ਜਿਹੜੀ ਡਿਵੈਲਪਮੈਂਟ ਹੈ ਉਹਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਹੈ। ਮੈਂ ਤੁਹਾਨੂੰ ਦੱਸ ਦਿਆਂ ਕਿ 1947 'ਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪਹਿਲੀ ਵਾਰੀ ਐਡੇ ਵੱਡੇ ਪੱਧਰ ਦੇ ਉੱਤੇ ਜਿਹੜਾ ਪ੍ਰਵਾਸ ਹੋਇਆ, ਮਾਈਗ੍ਰੇਸ਼ਨ ਹੋਈ ਹੈ ਔਰ ਇੱਕ ਬਹੁਤ ਖਤਰਨਾਕ ਰੁਝਾਨ ਹੈ। ਕਿਉਂਕਿ ਇੱਕ ਅੰਦਾਜ਼ੇ ਦੇ ਅਨੁਸਾਰ 2011 ਦੀ ਜਿਹੜੀ ਸੈਂਸਸ ਹੈ ਉਹਦੇ ਅਨੁਸਾਰ ਤਕਰੀਬਨ 17 ਕਰੋੜ ਜਿਹੜਾ ਹੈ ਪ੍ਰਵਾਸੀ ਉਹ ਵੱਖ-ਵੱਖ ਸੂਬਿਆਂ ਦੇ ਵਿੱਚ ਹੈ ਔਰ ਜਿਹੜਾ 14 ਕਰੋੜ ਆ ਉਹਨਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਵੱਲ ਆਇਆ ਹੋਇਆ ਹੈ। ਉਹ ਸਾਰੇ ਪ੍ਰਵਾਸੀ ਇਸ ਮਹਾਮਾਰੀ ਤੋਂ ਜਿਹੜੇ ਆ ਉਹ ਪੀੜਤ ਹੋ ਰਹੇ ਨੇ ਔਰ ਸਾਡੀਆਂ ਸਰਕਾਰਾਂ ਜਿਹੜੀਆਂ ਉਹਨੂੰ ਸੰਭਾਲ ਨਹੀਂ ਸਕੀਆਂ। ਕੱਲ ਹੀ ਇੱਕ ਵੀਡੀਓ ਜਿਹੜਾ ਵਾਇਰਲ ਹੋਇਆ ਸੀਗਾ ਕਿ ਪੰਜਾਬ ਤੋਂ ਜਿਹੜੀ ਇੱਕ ਔਰਤ ਗਈ ਹੈ ਔਰ ਉਹਦੇ ਬੱਚੇ ਨੂੰ ਰਸਤੇ 'ਚ ਨੀਂਦ ਆ ਜਾਂਦੀ ਹੈ ਔਰ ਉਹ ਟੈਚੀ ਕੇਸ ਦੇ ਉੱਤੇ ਜਿਹੜਾ ਹੈ ਉਹ ਪੈ ਕੇ ਜਾਂਦਾ ਹੈ। ਪਹਿਲਾਂ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਹੈ, ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅੱਗੇ ਗੱਲ ਕਰਾਂਗਾ। मेरा तो सपना है कि हवाई जहाज में कौन लोग बैठने चाहिए। ये जो एक बना हुआ है ना, बड़े बाबू, बड़े बड़े लोग, धनी लोग, ये दुनिया उन्हीं के लिए है। इस देश की जो सुविधाएं अमीरों को प्राप्त हैं वो मेरे देश के गरीब को भी मिलनी चाहिए। जो सामान्य व्यक्ति हवाई चप्पल पहन करके घूमता है वो मुझे हवाई जहाज में दिखना चाहिए। ये मेरा सपना है। ਤੁਸੀਂ ਇਹ ਵੀਡੀਓ ਦੇਖਿਆ, ਇੱਕ ਮਾਂ ਜਿਹੜੀ ਹੈ ਆਪਣੇ ਬੱਚੇ ਦੇ ਵਾਸਤੇ ਕਿਸ ਤਰੀਕੇ ਨਾਲ ਉਹਨੂੰ ਖਿੱਚ ਕੇ ਜਾ ਰਹੀ ਹੈ ਔਰ ਆਗਰੇ ਦੇ ਵਿੱਚ ਜਿਹੜਾ ਵੀਡੀਓ ਸ਼ੂਟ ਕੀਤਾ ਗਿਆ ਹੈ, ਯਾਨੀ ਕਿ ਤਕਰੀਬਨ 150-200 ਕਿਲੋਮੀਟਰ ਚੱਲਣ ਤੋਂ ਬਾਅਦ ਹਾਲੇ ਉਹਨਾਂ ਨੇ ਅੱਗੇ ਹੋਰ 500-700 ਕਿਲੋਮੀਟਰ ਦਾ ਜਿਹੜਾ ਸਫ਼ਰ ਉਹ ਤੈਅ ਕਰਨਾ ਹੈ। ਔਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਹਾਲੇ ਤੱਕ ਕਿ ਜੇ ਰਸਤੇ ਦੇ ਵਿੱਚ ਮਜ਼ਦੂਰ ਤੁਰੇ ਜਾ ਰਹੇ ਹੈ ਔਰ ਉਹਨਾਂ ਨੂੰ ਟ੍ਰੇਨਾਂ ਨਹੀਂ ਮਿਲੀਆਂ ਜਾਂ ਉਹਨਾਂ ਦਾ ਉਹ ਵੇਟ ਨਹੀਂ ਕਰ ਸਕੇ ਤੇ ਸਾਡੀਆਂ ਸਰਕਾਰਾਂ ਕੋਈ ਪਾਲਿਸੀ ਕਿਉਂ ਨਹੀਂ ਬਣਾਉਂਦੀਆਂ ਜਿਹਦੇ ਕਾਰਨ ਉਹਨਾਂ ਨੂੰ ਰਸਤੇ ਦੇ ਵਿੱਚੋਂ ਹੀ ਉਹਨਾਂ ਨੂੰ ਬੱਸਾਂ ਦੇ ਵਿੱਚ ਲਿਆ ਜਾਵੇ ਔਰ ਉਹਨਾਂ ਦੇ ਟਿਕਾਣੇ 'ਤੇ ਪਹੁੰਚਾ ਦਿੱਤਾ ਜਾਵੇ। ਇਹ 'ਚ ਮੈਨੂੰ ਨਹੀਂ ਲੱਗਦਾ ਕਿ ਬਹੁਤ ਵੱਡੀ ਕੋਈ ਪਲੈਨਿੰਗ ਦੀ ਲੋੜ ਹੈ। ਉਹ ਇੱਕ ਸਿੰਪਲ ਇੱਕ ਡਿਸੀਜ਼ਨ ਲੈਣਾ ਹਰ ਸਰਕਾਰ ਨੇ ਲੈਣਾ। ਜੇ ਪੰਜਾਬ ਦੇ ਮਜ਼ਦੂਰ ਹਰਿਆਣੇ 'ਚ ਪਹੁੰਚ ਗਏ ਹੈ, ਉਲਟਾ ਉਹਨਾਂ ਨੂੰ ਕੁੱਟ ਮਾਰ ਕੇ ਲਾਠੀ ਚਾਰਜ ਕਰਕੇ ਵਾਪਸ ਭਜਾਇਆ ਜਾ ਰਿਹਾ। ਕੀ ਇਹ ਸਾਡੀ ਹਿਊਮਨ ਰਾਈਟਸ ਨੇ? ਕੀ ਇਹੀ ਅਸੀਂ ਮਾਈਗ੍ਰੈਂਟਸ ਲੇਬਰਸ ਦੇ ਨਾਲ ਇਸ ਤਰ੍ਹਾਂ ਡੀਲ ਕਰਾਂਗੇ? ਸਾਡੇ ਦੇਸ਼ ਦੇ ਵਿੱਚ ਕੋਈ ਵੀ ਜਿਹੜੀ ਆ ਉਹ ਮਾਈਗ੍ਰੇਸ਼ਨ ਪਾਲਿਸੀ ਨਹੀਂ ਹੈ, ਜਿਹਦੇ ਕਾਰਨ ਕੋਈ ਵੀ ਸਟੇਟ ਜਿਹੜੀ ਹੈ ਉਹਦੇ ਆਪਣੇ ਆਪਣੇ ਰੂਲ ਬਣਾ ਲਏ ਹੈ, ਉਹਨਾਂ ਨੇ ਆਪਣੇ ਆਪਣੇ ਡਿਸੀਜ਼ਨ ਲੈਣੇ ਸ਼ੁਰੂ ਕਰ ਲਏ ਹੈ ਔਰ ਇਹਦਾ ਖਮਿਆਜਾ ਜਿਹੜਾ ਆ ਉਹ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੂੰ ਭੁਗਤਣਾ ਪੈ ਰਿਹਾ। ਔਰ ਪੰਜਾਬ ਦੇ ਵਿੱਚ ਉਹਨਾਂ ਦੇ ਜਾਣ ਦੇ ਨਾਲ ਜਿਹੜਾ ਸਾਡੀ ਇਕੋਨਮੀ ਦੇ ਉੱਤੇ ਬਹੁਤ ਵੱਡਾ ਅਸਰ ਜਿਹੜਾ ਉਹ ਪੈਣ ਵਾਲਾ ਹੈ। ਸਾਡੇ ਪੰਜਾਬ ਦੇ ਵਿੱਚ ਵੀ ਲੁਧਿਆਣੇ ਦੀ ਇੰਡਸਟਰੀ ਜੇ ਅਸੀਂ ਸ਼ੁਰੂ ਵੀ ਕਰ ਰਹੇ ਹਾਂ, ਜਿਵੇਂ ਪੰਜਾਬ ਸਰਕਾਰ ਨੇ ਮਾਈਕਰੋ ਇੰਡਸਟਰੀ ਜਿਹੜੀ ਆ ਉਹਨਾਂ ਨੂੰ ਛੂਟ ਦਿੱਤੀ ਹੈ, ਉਹ ਚਲਾ ਸਕਦੇ ਨੇ। ਪਰ ਸਮੱਸਿਆ ਹੁਣ ਜਿਹੜੀ ਆਏਗੀ ਕਿ ਇੰਡਸਟਰੀ ਵੀ ਤਾਂ ਹੀ ਚੱਲੇਗੀ ਜੇ ਉੱਥੇ ਮਜ਼ਦੂਰ ਹੋਣਗੇ। ਮੈਂ ਇਹ ਨਹੀਂ ਕਹਿੰਦਾ ਕਿ ਪੰਜਾਬ ਸਰਕਾਰ ਦੇ ਇਹ 'ਚ ਕੋਈ ਗਲਤੀ ਹੈ। ਪੰਜਾਬ ਸਰਕਾਰ ਨੇ ਜਿੰਨੀ ਦੇਰ ਉਹ ਰਹੇ ਨੇ ਉਹਨਾਂ ਨੂੰ ਖਾਣਾ ਵੀ ਦਿੱਤਾ ਹੈ, ਉਹਨਾਂ ਨੂੰ ਸੰਭਾਲਿਆ ਵੀ ਹੈ, ਪਰ ਕਿਤੇ ਨਾ ਕਿਤੇ ਨੈਸ਼ਨਲ ਪੱਧਰ ਦੇ ਉੱਤੇ ਮੈਨੂੰ ਲੱਗਦਾ ਹੈ ਇਹਦੇ ਵਿੱਚ ਕੋਈ ਗੜਬੜੀ ਹੋਈ ਹੈ ਸਾਰੀ ਪਾਲਿਸੀ ਬਣਾਉਣ ਦੇ ਵਿੱਚ। ਜਦੋਂ 22 ਮਾਰਚ ਨੂੰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਅਨਾਉਂਸ ਕੀਤਾ ਸੀਗਾ ਕਿ ਲਾਕਡਾਊਨ ਸਾਰਾ ਨੇਸ਼ਨ ਵਾਈਡ ਹੋਣ ਜਾ ਰਿਹਾ ਹੈ, ਉਦੋਂ ਵੀ ਅਸੀਂ ਇਹ ਇੱਕ ਦਿਨ ਦੇ ਸਕਦੇ ਸੀ। ਉਸ ਤੋਂ ਪਹਿਲਾਂ ਵੀ ਅਨਾਉਂਸਮੈਂਟ ਕਰਨ ਤੋਂ ਪਹਿਲਾਂ
ਇੱਕ ਦਿਨ ਦੇ ਸਕਦੇ ਸੀ, ਉਸ ਤੋਂ ਬਾਅਦ ਵੀ 2 ਦਿਨ ਦੇ ਸਕਦੇ ਸੀਗੇ, ਤਾਂ ਕਿ ਜਿਹੜੇ ਮਜ਼ਦੂਰ ਹੈ ਆਪਣੇ ਆਪਣੇ ਘਰੋਂ ਪਹੁੰਚ ਜਾਣ। ਔਰ ਸਰਕਾਰਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਲੋਕਡਾਊਨ ਜਿਹੜਾ ਲੰਬੇ ਸਮੇਂ ਚੱਲਣ ਵਾਲਾ ਹੈ, ਇਹ ਕੋਈ ਹਫ਼ਤੇ ਵਾਸਤੇ ਨਹੀਂ ਹੈ, 10 ਦਿਨ ਵਾਸਤੇ ਨਹੀਂ ਹੈ। ਸਿਰਫ ਇਹ ਗੱਲ ਲੁਕੋਈ ਗਈ ਹੈ ਤਾਂ ਕਿ ਲੋਕ ਘਬਰਾ ਨਾ ਜਾਣ, ਤਾਂ ਕਿ ਲੋਕਾਂ 'ਚ ਪੈਨਿਕ ਨਾ ਕ੍ਰੀਏਟ ਹੋ ਜਾਏ। ਪਰ ਜੇ ਸਰਕਾਰ ਨੂੰ ਇਹ ਪਤਾ ਸੀਗਾ ਤਾਂ ਇਸ ਪਾਲਿਸੀ ਨੂੰ ਵੀ ਬਣਾਇਆ ਜਾ ਸਕਦਾ ਸੀਗਾ ਕਿ ਇਹਨਾਂ ਨੂੰ ਆਪਣੇ ਆਪਣੇ ਘਰਾਂ 'ਚ ਪਹੁੰਚਾ ਦਿੱਤਾ ਜਾਵੇ, ਕਿਉਂਕਿ ਹਾਲੇ ਵੀ ਜਿਹੜਾ ਸਮਝਾਇਆ ਜਾਂਦਾ ਹੈ ਕਿ ਇਹ ਲੋਕਡਾਊਨ ਲੰਬਾ ਚੱਲੇਗਾ। ਹੁਣ ਜੇ ਬਾਜ਼ਾਰ ਖੋਲ੍ਹੇ ਗਏ ਨੇ, ਬਹੁਤ ਜਗ੍ਹਾ ਇੰਡਸਟਰੀ ਖੋਲ੍ਹੀ ਗਈ ਹੈ, ਔਰ ਇਸ ਤਰ੍ਹਾਂ ਦੇ ਫੂਡ ਲਿਜਾਣ ਦੇ ਉੱਤੇ ਵੀ ਥੋੜ੍ਹੀਆਂ ਜਿਹੜੀਆਂ ਪਾਬੰਦੀਆਂ ਖਤਮ ਕੀਤੀਆਂ ਗਈਆਂ। ਉਹਦੇ ਪਿੱਛੇ ਸਟ੍ਰੈਟਜੀ ਇਹ ਹੈ ਕਿ ਜਿੰਨੇ ਲੋਕ ਆਪਸ ਦੇ ਵਿੱਚ ਹੁਣ ਮਿਲਣ ਜੁਲਣਗੇ, ਜਿਹੜੇ ਕਰੋਨਾ ਦੇ ਪੇਸ਼ੈਂਟ ਆ ਉਹ ਪੋਜ਼ਿਟਿਵ ਜਿਹੜੇ ਕੇਸ ਆਉਣ ਵਾਲੇ ਨੇ ਉਹ ਆ ਜਾਣ, ਤਾਂ ਕਿ ਜਿਹੜੇ ਹਰਡ ਕਮਿਊਨਿਟੀ ਹੈ ਉਹ ਪੈਦਾ ਕੀਤੀ ਜਾ ਸਕੇ। ਇਹਦੇ ਵਿੱਚ ਹੁਣ ਜਦੋਂ ਇੱਕੋ ਦਮ ਹਾਲੇ ਅੱਜ ਹੁਣ ਜਿਹੜੀ ਬਾਜ਼ਾਰ ਖੋਲ੍ਹੇ ਗਏ ਨੇ ਪੰਜਾਬ ਦੇ ਵਿੱਚ ਵੀ, ਹੋਰ ਸਟੇਟਾਂ ਦੇ ਵਿੱਚ ਵੀ, ਨੈਸ਼ਨਲ ਲੈਵਲ ਦੇ ਉੱਤੇ ਜਿਹੜੀਆਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਦੁਕਾਨਾਂ ਖੋਲ੍ਹੀਆਂ ਗਈਆਂ, ਉਹਦੇ ਜਿਹੜੇ ਹੁਣ ਪੋਜ਼ਿਟਿਵ ਕੇਸ ਆਉਣਗੇ, ਜਿਹੜੀ ਵਾਇਰਸ ਦੀ ਇਨਫੈਕਸ਼ਨ ਹੋਏਗੀ, ਉਹ ਆਉਣ ਵਾਲੇ 15 ਦਿਨਾਂ ਤੱਕ ਆਉਣੇ ਸ਼ੁਰੂ ਹੋਣਗੇ। ਔਰ ਉਸ ਤੋਂ ਬਾਅਦ ਜਿਹੜੇ ਕੇਸ ਆਉਣ ਦੇ ਨਾਲ ਹਸਪਤਾਲਾਂ ਦੇ ਵਿੱਚ ਰਸ਼ ਵਧੇਗਾ, ਫਿਰ ਉਦੋਂ ਇਹ ਹੋ ਸਕਦਾ ਹੈ ਕਿ ਪਾਬੰਦੀਆਂ ਜਿਹੜੀਆਂ ਦੁਬਾਰਾ ਵੀ ਲਗਾਈਆਂ ਜਾ ਸਕਦੀਆਂ। ਤਰੀਕੇ ਮਾਈਗ੍ਰੇਸ਼ਨ ਬਾਰੇ, ਜਿਹੜੀ ਮਜ਼ਦੂਰਾਂ ਦੀ ਮਾਈਗ੍ਰੇਸ਼ਨ ਹੋਣੀ ਸੀ, ਕਿ ਇਹਦੇ ਬਾਰੇ ਸਰਕਾਰ ਨੂੰ ਅੰਦਾਜ਼ਾ ਨਹੀਂ ਹੈ ਕਿ ਜਿਹੜਾ 14-15 ਕਰੋੜ ਜਿਹੜਾ ਪ੍ਰਵਾਸੀ ਇੱਧਰ ਉੱਧਰ ਬੈਠੇ ਦੂਜੀਆਂ ਸਟੇਟਾਂ ਦੇ ਵਿੱਚ, ਜੇ ਤੁਸੀਂ ਖਾਣਾ ਨਹੀਂ ਦਿਓਗੇ, ਰੁਜ਼ਗਾਰ ਨਹੀਂ ਦਿਓਗੇ, ਕਿ ਉਹ ਉੱਥੋਂ ਭੱਜਣਗੇ ਨਹੀਂ? ਕਿ ਸਰਕਾਰ ਸਾਡੀ ਇੰਨੀ ਬੇਵਕੂਫ ਹੈ? ਸੋ ਇੱਕ ਗੱਲ ਜਿਹੜੀ ਮੈਂ ਜ਼ਰੂਰ ਕਹਿਣੀ ਚਾਹੂੰਗਾ ਕਿ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ, ਜਿਹੜੇ ਜਾ ਰਹੇ ਆ ਪ੍ਰਵਾਸੀ ਮਜ਼ਦੂਰ, ਉਹਨਾਂ ਦੇ ਵਾਸਤੇ ਜਿਹੜੀਆਂ ਟ੍ਰੇਨਸ ਦਾ ਪ੍ਰਬੰਧ ਕੀਤਾ ਗਿਆ, ਉਹਦੇ ਆਨਲਾਈਨ ਰਜਿਸਟ੍ਰੇਸ਼ਨ ਜਿਹੜੀ ਰੱਖੀ ਗਈ ਹੈ, ਉਹ ਵੀ ਇੱਕ ਗਲਤ ਫੈਸਲਾ ਸੀਗਾ ਕੇਂਦਰ ਸਰਕਾਰ ਦਾ, ਕਿ ਜਿਹੜੇ ਬਹੁਤ ਸਾਰੇ ਮਜ਼ਦੂਰ ਹੈ ਅਨਪੜ੍ਹ ਨੇ, ਔਰ ਉਹ ਵੀ ਇਹੀ ਕੁਛ ਰਿਹਾ, ਜਿਹੜੇ ਅਨਪੜ੍ਹ ਮਜ਼ਦੂਰ ਹੈ ਉਹਦਾ ਰਜਿਸਟ੍ਰੇਸ਼ਨ ਨਹੀਂ ਕਰਵਾ ਪਾ ਰਹੇ, ਇਸੇ ਕਰਕੇ ਉਹਨਾਂ ਨੂੰ ਸੜਕਾਂ ਦੇ ਉੱਤੇ ਜਾਣਾ ਪੈ ਰਿਹਾ। ਇਸ ਗੱਲ ਨੂੰ ਸਮਝਣ ਵਾਸਤੇ ਤੁਹਾਨੂੰ ਇਹ ਸਮਝਣਾ ਪਵੇਗਾ ਕਿ ਇਹਦੇ ਪਿੱਛੇ ਬਹੁਤ ਵੱਡੇ ਰਾਜਨੀਤਿਕ ਕਾਰਨ ਵੀ ਹੋ ਸਕਦੇ ਨੇ। ਮੈਂ ਇਹ ਨਹੀਂ ਕਹਿੰਦਾ ਕਿ ਇਹ ਪਿਓਰ ਰਾਜਨੀਤੀ ਹੈ, ਇਹ 'ਚ ਪਲੈਨਿੰਗ ਦੀ ਗੜਬੜ ਵੀ ਹੋ ਸਕਦੀ ਹੈ, ਪਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜਿਵੇਂ ਬਿਹਾਰ ਦੇ ਵਿੱਚ, ਯੂਪੀ ਦੇ ਵਿੱਚ, ਵੈਸਟ ਬੰਗਾਲ ਦੇ ਵਿੱਚ ਜਿਹੜੀਆਂ ਸਟੇਟ ਦੀਆਂ ਇਲੈਕਸ਼ਨ ਆਉਣ ਵਾਲੀਆਂ ਨੇ, ਉਹਨਾਂ ਨੂੰ ਦੇਖ ਕੇ ਵੀ ਇਸ ਸਿਚੁਏਸ਼ਨ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਪੋਲੀਟੀਕਲੀ। ਜਿਵੇਂ ਟ੍ਰੇਨਸ ਐਲੋਕੇਸ਼ਨ ਦੇ ਵਿੱਚ ਇੱਕ ਸਟੇਟ ਨੂੰ ਬਦਨਾਮ ਕਰਨ ਵਾਸਤੇ ਜਾਂ ਇਹਨੂੰ ਯੂਜ਼ ਕੀਤਾ ਜਾ ਰਿਹਾ। ਕੁਝ ਸਟੇਟਾਂ ਦੇ ਵਿੱਚ ਜਿਹੜੇ ਪ੍ਰਵਾਸੀਆਂ ਨੂੰ ਵਾਪਸ ਲੈ ਕੇ ਜਾਇਆ ਜਾ ਰਿਹਾ, ਔਰ ਮੈਨੂੰ ਇਹ ਸੰਭਾਵਨਾ ਹੈ ਕਿ ਇਹਨਾਂ ਪ੍ਰਵਾਸੀਆਂ ਨੂੰ ਜਦੋਂ ਤੱਕ ਇਲੈਕਸ਼ਨ ਨਹੀਂ ਹੁੰਦੀ ਵਾਪਸ ਨਹੀਂ ਜਾਣ ਦਿੱਤਾ ਜਾਵੇਗਾ, ਜਿਹੜੇ ਇਹਨਾਂ ਦੇ ਕੰਮ ਕਰਦੀਆਂ ਸਟੇਟਾਂ ਨੇ। ਇਹ ਜ਼ਰੂਰ ਹੈ ਕਿ ਅਕਤੂਬਰ ਤੋਂ ਬਾਅਦ, ਅਕਤੂਬਰ 'ਚ ਸੰਭਾਵਨਾ ਹੈ ਯੂਪੀ ਦੀ ਇਲੈਕਸ਼ਨ ਹੋਵੇ, ਉਸ ਤੋਂ ਬਾਅਦ ਜਿਹੜੇ ਪ੍ਰਵਾਸੀ ਫਿਰ ਵਾਪਸ ਆਪਣੇ ਕੰਮਾਂ 'ਤੇ ਪਰਤ ਸਕਣਗੇ। ਉਨੀ ਦੇਰ ਇਹ ਸਰਕਾਰਾਂ ਜਿਹੜੀਆਂ ਉੱਥੇ ਇਹਨਾਂ ਨੂੰ ਪੂਰਾ ਖਾਣਾ ਦੇਣਗੀਆਂ, ਔਰ ਇਹਨਾਂ ਦੀ ਜਿਹੜੀ ਗਰੀਬੀ ਹੈ ਉਹ ਐਕਸਪਲੋਇਟ ਕਰਨਗੀਆਂ। ਜਿਹੜਾ ਬਹੁਤ ਵੱਡੀ ਹੋਰ ਜਿਹੜੀ ਚੀਜ਼ ਪੈਦਾ ਹੋ ਗਈ ਹੈ ਉਹ ਇਹ ਹੈ ਕਿ ਅਮੀਰ ਦਾ ਔਰ ਗਰੀਬ ਦਾ ਪਾੜਾ ਬਹੁਤ ਵੱਧ ਰਿਹਾ ਹੈ। ਜਿਹੜਾ ਗਰੀਬ ਸੀ ਉਹ ਗਰੀਬ ਹੋ ਰਿਹਾ, ਔਰ ਜਿਹੜਾ ਰਿਚ ਸੀ ਜਾਂ ਤਾਂ ਰਿਚ ਰਹੇਗਾ ਜਾਂ ਫਿਰ ਹੋਰ ਅਮੀਰ ਹੋ ਜਾਏਗਾ। ਤੁਸੀਂ ਹੁਣ ਜਿਹੜੇ ਸਰਕਾਰ ਨੇ, ਕੇਂਦਰ ਸਰਕਾਰ ਨੇ ਪੈਕੇਜ ਵੀ ਦਿੱਤੇ ਹੈ, ਜਿੰਨੇ ਕਿਸਾਨਾਂ ਵਾਸਤੇ ਹੈ, ਇੰਡਸਟਰੀ ਵਾਸਤੇ ਹੈ, ਉਹ ਸਾਰਿਆਂ ਦੇ ਵਿੱਚ ਤੁਸੀਂ ਗੱਲ ਨੋਟ ਕੀਤੀ ਹੋਣੀ ਹੈ, ਕਿਤੇ ਵੀ ਰਾਹਤ ਨਹੀਂ ਦਿੱਤੀ ਗਈ, ਸਿਰਫ ਕਰਜ਼ੇ ਦੇਣ ਦੀ ਗੱਲ ਕੀਤੀ ਗਈ ਹੈ। ਜਿਨ੍ਹਾਂ ਨੇ ਪਹਿਲਾਂ ਕਰਜ਼ਾ ਲਿਆ ਹੋਇਆ ਉਹ ਕਰਜ਼ਾ ਲੈ ਸਕਦੇ ਨੇ। ਇਹ ਸਾਰਾ ਕਾਰਪੋਰੇਟ ਜਿਹੜੇ ਘਰਾਣੇ ਆ ਉਹਨਾਂ ਨੂੰ ਖੁਸ਼ ਕਰਨ ਦੇ ਵਾਸਤੇ ਹੀ ਸਾਰੀਆਂ ਪਾਲਿਸੀਜ਼ ਬਣਾਈਆਂ ਜਾ ਰਹੀਆਂ। ਔਰ ਜਿਹੜਾ ਮਜ਼ਦੂਰ ਹੈ, ਮਜ਼ਦੂਰ ਦੇ ਵਾਸਤੇ, ਕਿਸਾਨ ਦੇ ਵਾਸਤੇ, ਜਾਂ ਜਿਹੜੀ ਮਿਡਲ ਕਲਾਸ ਹੈ ਜਿਹੜੀ ਸਭ ਤੋਂ ਅਫੈਕਟਡ ਹੈਗੀ ਹੈ ਵੀ, ਉਹਨਾਂ ਵਾਸਤੇ ਕੋਈ ਵੀ ਜਿਹੜੀ ਇਸ ਤਰ੍ਹਾਂ ਦੀ ਅਨਾਉਂਸਮੈਂਟ ਨਹੀਂ ਹੋ ਰਹੀ। ਇੱਕ ਸਰਵੇ ਮੈਂ ਅੱਜ ਪੜ੍ਹ ਰਿਹਾ ਸੀ, ਪ੍ਰੇਮ ਅਜੀਮ ਜੀ ਦੀ ਜਿਹੜੀ ਯੂਨੀਵਰਸਿਟੀ ਹੈ ਉਹਨਾਂ ਨੇ ਕੀਤਾ ਹੈ, ਉਹਦਾ ਮੁਤਾਬਕ 67% ਜਿਹੜੇ ਆ ਉਹ ਵਰਕਰ ਹੈ ਉਹ ਆਪਣੀਆਂ ਜਿਹੜੀਆਂ ਨੌਕਰੀਆਂ ਗਵਾ ਚੁੱਕੇ ਆ। ਔਰ ਬਹੁਤ ਸਾਰੇ ਕੇਸਾਂ ਦੇ ਵਿੱਚ ਜਿਹੜੀ ਇੰਡਸਟਰੀਅਲਿਸਟ ਸੀਗੇ ਉਹਨਾਂ ਨੇ ਇਸ ਚੀਜ਼ ਨੂੰ ਐਕਸਪਲੋਇਟ ਕੀਤਾ, ਮਜ਼ਦੂਰਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਔਰ ਉਹਨਾਂ ਨੂੰ ਮਜਬੂਰ ਕੀਤਾ ਗਿਆ ਮਾਈਗ੍ਰੇਸ਼ਨ ਦੇ ਵਾਸਤੇ। ਇੱਥੇ ਹੀ ਸਰਕਾਰਾਂ ਦਾ ਜਿਹੜਾ ਰੋਲ ਹੈ ਉਹ ਜ਼ਰੂਰੀ ਹੈ ਕਿ ਸਰਕਾਰਾਂ ਆਪਣਾ ਰੋਲ ਕਰਨ, ਤਾਂ ਕਿ ਉਹ ਜਿਹੜੀਆਂ ਇੰਡਸਟਰੀ ਹੈ ਜਿਹੜੀ ਐਕਸਪਲੋਇਟ ਕਰ ਰਹੀ ਹੈ ਇਹਨਾਂ ਨੂੰ, ਵਰਕਰਾਂ ਨੂੰ, ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ। ਫੈਸਲਾ ਤਾਂ ਇਹ ਹੋਇਆ ਸੀਗਾ ਕੇਂਦਰ ਸਰਕਾਰ ਵੱਲੋਂ ਕਿ ਜਿੰਨੀਆਂ ਵੀ ਇੰਡਸਟਰੀ ਹੈ, ਜਿੰਨੇ ਵੀ ਐਮਪਲੋਇਰ ਨੇ ਵੱਡੇ, ਉਹ ਸਾਰੇ ਜਿਹੜੇ ਆ ਤਨਖਾਹਾਂ ਨਹੀਂ ਕੱਟਣਗੇ, ਤਨਖਾਹਾਂ ਦੇਣਗੇ ਆਪਣੇ ਮੁਲਾਜ਼ਮਾਂ ਨੂੰ। ਪਰ ਬਹੁਤ ਸਾਰੇ ਜਿਹੜੀ ਆ ਉਹ ਛਾਂਟੀ ਹੋ ਚੁੱਕੀ ਹੈ, ਬਹੁਤ ਸਾਰੇ ਨੂੰ ਪਿਛਲੀਆਂ ਤਨਖਾਹਾਂ ਵੀ ਜੋ ਬਣਦੀਆਂ ਸੀ ਨਹੀਂ ਦਿੱਤੀਆਂ ਗਈਆਂ। ਮਜ਼ਦੂਰ ਪ੍ਰੋਟੈਸਟ ਕਰਨ ਦੇ ਉੱਤੇ ਉਤਾਰੂ ਨੇ। ਔਰ ਸਭ ਤੋਂ ਜਿਹੜੀ ਦੁਖਦਾਈ ਗੱਲ ਹੈ, ਇਸ ਪੈਂਡੈਮਿਕ ਦਾ ਫਾਇਦਾ ਲੈ ਕੇ ਇੱਕ ਹੋਰ ਫਾਇਦਾ ਜਿਹੜਾ ਇੰਡਸਟਰੀਅਲਿਸਟਾਂ ਨੂੰ ਦਿੱਤਾ ਗਿਆ ਉਹ ਹੈ ਕਿ ਜਿਹੜੇ ਲੇਬਰ ਲਾਅ ਸੀਗੇ ਉਹ ਤਕਰੀਬਨ ਖਤਮ ਕਰਤੇ। 7 ਸਟੇਟਾਂ ਦੇ ਵਿੱਚ ਤਾਂ
ਇਹਨਾਂ ਦੇ ਜਿਹੜੇ ਲਾ ਜਿਹੜੇ ਆ ਜਾਂ ਤਾਂ ਸਸਪੈਂਡ ਕਰਤੇ ਗਏ ਆ ਜਾਂ ਵਿਡਰਾ ਕਰ ਲਏ ਗਏ ਆ। ਜਿਹਨਾਂ 'ਚੋਂ ਪੰਜਾਬ ਵੀ ਹੈ ਜਿੱਥੇ ਜਿਹੜੀਆਂ ਮਿਨੀਮਮ ਵੇਜਸ ਜਿਹੜੀਆਂ ਵਧਾਈਆਂ ਗਈਆਂ ਸੀ ਉਹ ਵੀ ਨੋਟੀਫਿਕੇਸ਼ਨ ਵਾਪਸ ਲੈ ਲਿਆ ਗਿਆ। ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਜਿਹੜੇ ਲਾ ਲੇਬਰ ਨੂੰ ਬਣੇ ਸੀ, ਜਿਵੇਂ 8 ਘੰਟੇ ਕੰਮ ਕਰਨਾ ਹੈ ਉੱਥੇ ਹੁਣ 12 ਘੰਟੇ ਜਿਹੜਾ ਉਹ ਕੰਮ ਲੈ ਸਕਦੇ ਨੇ ਇੰਡਸਟਰੀਅਲਿਸਟ ਜਿਹੜੇ ਹੈਗੇ ਆ ਉਹ ਤੁਹਾਡੇ ਕੋਲੋਂ। ਸੋ ਇਸ ਤਰ੍ਹਾਂ ਦੀਆਂ ਜਿਹੜੀ ਐਕਸਪਲੋਇਟੇਸ਼ਨ ਹੈ ਉਹ ਵਧੇਗੀ ਮਜ਼ਦੂਰਾਂ ਦੀ, ਔਰ ਜਿਹੜੀ ਗਰੀਬੀ ਦਾ ਫਾਇਦਾ ਹੈ ਇਹ ਇੱਕ ਜਿਹੜੀ ਇੰਡਸਟਰੀਅਲ ਹਾਊਸਿਸ ਹੈ ਉਹ ਇਹਦਾ ਗਰੀਬੀ ਦਾ ਫਾਇਦਾ ਉਠਾਉਣਗੇ। ਔਰ ਆਉਣ ਵਾਲੇ ਸਮੇਂ 'ਚ ਜਿਹੜੀ ਸਾਡੀ ਇਕੋਨਮੀ ਹੈ ਉਹ ਇੰਨੀ ਜ਼ਿਆਦਾ ਵਿਗੜਨ ਦੀ ਸੰਭਾਵਨਾ ਹੈ ਕਿ ਜਿਹੜੇ ਮਿਡਲ ਕਲਾਸ ਹੈ, ਅਪਰ ਮਿਡਲ ਕਲਾਸ ਹੈ, ਉਹ ਇਹਦੇ ਜਿਹੜੇ ਮੇਨ ਜਿਹੜੇ ਸਫਰ ਬਣਨਗੇ। ਕੋਈ ਵੀ ਲਾ ਸਾਡੇ ਦੇਸ਼ 'ਚ ਜਿੱਥੇ ਐਡੀ ਵੱਡੀ ਮਾਈਗ੍ਰੇਸ਼ਨ ਲੈਵਲ ਆ ਉਹ ਲੇਬਰ ਹੈਗੀ ਹੈ ਉੱਥੇ ਨਹੀਂ ਹੈਗਾ। ਤੋ ਹੁਣ ਮੌਕਾ ਹੈਗਾ ਕਿ ਜਿਹੜੀ ਸਰਕਾਰ ਇਹਦੇ ਬਾਰੇ ਕੋਈ ਫੈਸਲਾ ਕਰੇ ਔਰ ਸਟੇਟ ਗਵਰਨਮੈਂਟਸ ਨੂੰ ਖਾਸ ਤੌਰ ਦੇ ਉੱਤੇ ਇਹ ਲੇਬਰ ਨੂੰ ਵਾਪਸ ਲੈ ਕੇ ਆਉਣ ਦੇ ਵਾਸਤੇ ਉਪਰਾਲੇ ਕਰਨੇ ਚਾਹੀਦੇ। ਬਹੁਤ ਸਾਰੇ ਮਾਈਗ੍ਰੈਂਟਸ ਨਹੀਂ ਵੀ ਗਏ, ਉਹ ਨਹੀਂ ਗਏ ਮਾਈਗ੍ਰੈਂਟਸ ਜਿਨ੍ਹਾਂ ਦੇ ਇੱਥੇ ਆਪਣੇ ਕੰਮ ਖੋਲ੍ਹ ਲਏ ਹੈ, ਯਾਨੀ ਕੋਈ ਪਾਨ ਦੀ ਦੁਕਾਨ ਹੈ, ਕੋਈ ਸਬਜ਼ੀ ਵੇਚਦਾ ਹੈ, ਜਾਂ ਕਈਆਂ ਲੋਕਾਂ ਨੇ ਬਹੁਤ ਸਾਰੇ ਆਪਣੇ ਘਰ ਬਣਾ ਲਏ ਹੈ, ਬੱਚੇ ਇੱਥੇ ਪੜ੍ਹਾਉਣ ਲਾ ਲਏ ਹੈ। ਸੋ ਉਸ ਤਰ੍ਹਾਂ ਦੇ ਜਿਹੜੇ ਮਾਈਗ੍ਰੈਂਟਸ ਆ ਸ਼ਾਇਦ ਨਹੀਂ ਵੀ ਗਏ। ਔਰ ਇੱਕ ਗੱਲ ਮੈਂ ਹੋਰ ਵੀ ਦੱਸਣੀ ਚਾਹੁੰਦਾ ਹਾਂ ਕਿ ਇੱਕ ਮੈਂ ਰਿਪੋਰਟ ਇਹ ਵੀ ਪੜ੍ਹ ਰਿਹਾ ਸੀਗਾ ਖਾਸ ਤੌਰ 'ਤੇ ਪੰਜਾਬ ਦੇ ਵਾਸਤੇ ਵੀ ਜਿੰਨੇ ਮਾਈਗ੍ਰੈਂਟ ਲੇਬਰਰ ਵਾਪਸ ਗਏ ਹੈ ਉਸ ਤੋਂ ਜ਼ਿਆਦਾ ਜਿਹੜੇ ਪਰਸੈਂਟੇਜ ਲੇਬਰਰਸ ਦੀ ਉਹ ਪੰਜਾਬੀ ਲੇਬਰਰਸ ਵੀ ਹੈਗੇ ਆ ਜਿਹੜੇ ਕਿ ਇਸ ਪੈਂਡੈਮਿਕ ਦੇ ਕਾਰਨ ਪ੍ਰਭਾਵਿਤ ਹੋਏ ਆ। ਜਿਹੜੇ ਖੇਤ ਮਜ਼ਦੂਰ ਨੇ ਜਾਂ ਜਿਹੜੇ ਰੋਜ਼ ਦਾ ਕੰਮ ਕਰਕੇ ਖਾਣ ਵਾਲੇ ਨੇ, ਬਹੁਤ ਸਾਰੀ ਪੰਜਾਬੀ ਜਿਹੜੇ ਇੱਦਾਂ ਦੇ ਵਰਕਰ ਹੈ ਉਹਨਾਂ ਦੇ ਬਾਰੇ ਵੀ ਜਿਹੜੀ ਹੈ ਉਹਨਾਂ ਬਾਰੇ ਕੋਈ ਪਾਲਿਸੀ ਨਹੀਂ ਬਣ ਰਹੀ। ਅਸੀਂ ਮਾਈਗ੍ਰੈਂਟਸ ਬਾਰੇ ਤਾਂ ਰੌਲਾ ਪਾ ਰਹੇ ਹਾਂ, ਪਰ ਜਿਹੜੀ ਇਸ ਤਰ੍ਹਾਂ ਦਾ ਇੱਕ ਤਬਕਾ ਹੈ ਜਿਨ੍ਹਾਂ ਦੇ ਬਾਰੇ ਕੋਈ ਨਾ ਕੋਈ ਰੌਲਾ ਪਾਉਂਦਾ ਹੈ ਔਰ ਉਹ ਭੁੱਖੇ ਮਰਨ ਦੇ ਵਾਸਤੇ ਮਜਬੂਰ ਨੇ। ਸੋ ਮੇਰੀ ਅਪੀਲ ਵੀ ਹੈ ਸਰਕਾਰ ਨੂੰ ਕਿ ਉਹਨਾਂ ਦੇ ਬਾਰੇ ਵੀ ਸੋਚਿਆ ਜਾਵੇ ਔਰ ਜਿਹੜੇ ਕੰਮ ਧੰਦੇ ਜਿਹੜੇ ਖੋਲ੍ਹੇ ਜਾ ਰਹੇ ਹੈ ਉਸ ਤਰੀਕੇ ਨਾਲ ਉਹਨਾਂ ਨੂੰ ਕੰਮ ਕਰਨ ਦੀ ਆਗਿਆ ਦਿੱਤੀ ਜਾਵੇ। ਬਹੁਤ ਸਾਰੇ ਜਿਹੜੇ ਹਾਲੇ ਇੰਡਸਟਰੀ ਹੈ ਉਹ ਬੰਦ ਪਈ ਹੈ, ਹਾਲੇ ਵੀ ਮੌਕਾ ਹੈਗਾ ਕਿ ਜਿਹੜੇ ਇੰਡਸਟਰੀ ਨੂੰ ਥੋੜ੍ਹੀ ਬਹੁਤੀ ਚਾਲੂ ਕਰਤਾ ਜਾਵੇ ਅਤੇ ਜਿਹੜੀ ਇਕੋਨਮੀ ਨੂੰ ਬਚਾਇਆ ਜਾ ਸਕਦਾ ਹੈ। ਔਰ ਜਿਹੜੇ ਘੱਟੋ ਘੱਟ ਜਿਹੜੇ ਡੇਲੀ ਕੰਮ ਕਰਨ ਵਾਲੇ ਹੈ ਲੋਕ ਉਹਨਾਂ ਦੇ ਵਾਸਤੇ ਸਰਕਾਰ ਨੂੰ ਜ਼ਰੂਰ ਕੁਝ ਕਰਨਾ ਚਾਹੀਦਾ ਹੈ। ਕਿ ਲੰਬਾ ਸਮਾਂ ਜਿਹੜਾ ਬਿਨਾਂ ਰੁਜ਼ਗਾਰ ਤੋਂ ਰਹਿਣਾ ਉਹ ਬਹੁਤ ਔਖਾ ਹੈ। ਲਾਈਨ ਦੇ ਵਿੱਚ ਖੜ੍ਹ ਕੇ ਖਾਣਾ, ਜਿਹੜਾ ਮੰਗ ਕੇ ਖਾਣਾ, ਉਹ ਇੱਕ ਸਵੈਮਾਨ ਨੂੰ ਤੁਹਾਨੂੰ ਸੱਟ ਮਾਰਦਾ। ਉਹਦੇ ਕਰਕੇ ਜਿਹੜੇ ਮਜ਼ਦੂਰ ਹੈ ਉਹ ਬਹੁਤ ਜ਼ਿਆਦਾ ਪਰੇਸ਼ਾਨ ਨੇ। ਤੁਸੀਂ ਮਜ਼ਦੂਰਾਂ ਨੂੰ ਰੋਂਦਿਆਂ ਦੇਖਿਆ ਹੋਵੇਗਾ, ਤੁਸੀਂ ਮਜ਼ਦੂਰਾਂ ਦੇ ਦੁੱਖ ਸੁਣੇ ਹੋਣਗੇ ਟੀਵੀ ਦੇ ਉੱਤੇ। ਅੱਜ ਦਾ ਪ੍ਰੋਗਰਾਮ ਇੰਨਾ ਹੀ। ਇੱਕ ਮਾਈਗ੍ਰੈਂਟ ਲੇਬਰ ਨੇ ਇੱਕ ਕਵਿਤਾ ਪਾਈ ਹੈ, ਉਹਨੇ ਇੱਕ ਦੁੱਖ ਬਿਆਨ ਕੀਤਾ ਹੈ ਆਪਣਾ, ਤਾਂ ਮੈਂ ਉਹ ਜ਼ਰੂਰ ਤੁਹਾਨੂੰ ਸੁਣਾਉਣੀ ਚਾਹੂੰਗਾ। ਜਾਣ ਤੋਂ ਪਹਿਲਾਂ ਤੁਸੀਂ ਸੁਣੋ ਔਰ ਦੇਖੋ ਇੱਕ ਮਾਈਗ੍ਰੈਂਟ ਦਾ ਲੇਬਰ ਕੀ ਹੈ। ਤੇ ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ। हम मजदूरों को गांव हमारे भेज दो सरकार, सूना पड़ा घर द्वार। हम मजदूरों को गांव हमारे भेज दो सरकार, सूना पड़ा घर द्वार। मजबूरी में हम सब मजदूरी करते हैं, घर बार छोड़ कर के शहरों में भटकते हैं। हो मजबूरी में हम सब मजदूरी करते हैं, घर बार छोड़ कर के शहरों में भटकते हैं। जो लेकर हमको आए वो ही छोड़ गए मझधार, कुछ तो करो सरकार। हम मजदूरों को गांव हमारे भेज दो सरकार, सूना पड़ा घर द्वार। हमको न पता था कि ये दिन भी आएंगे, कोरोना के कारण घरों में सब छिप जाएंगे। हमको न पता था कि ये दिन भी आएंगे, कोरोना के कारण घरों में सब छिप जाएंगे। हम तो बस पापी पेट के कारण झेल रहे हैं मार, कुछ तो
करो सरकार। हो सूना पड़ा घर द्वार, हम मजदूरों को गांव हमारे भेज दो सरकार। सूना पड़ा घर द्वार हमारा, सूना पड़ा घर द्वार। मेरा तो सपना है कि हवाई जहाज पे कौन लोग बैठने चाहिए। ये जो एक बना हुआ है ना, बड़े बाबू, बड़े बड़े लोग, धनी लोग, ये दुनिया उन्हीं के लिए है। जो सामान्य व्यक्ति हवाई चप्पल पहन करके घूमता है, वो मुझे हवाई जहाज में दिखना चाहिए। ये मेरा सपना है।